Kanchan Outlook। ਆਸਾ ਮਹਿਲਾ ਪੰਜਵਾਂ। ਸਰਬ ਦੂਖ ਜਬ ਵਿਸਰੈ ਸੁਆਮੀ, ਈਹਾ ਊਹਾ ਕਾਮ ਨਾ ਪ੍ਰਾਨੀ। ਜਦੋਂ ਮਨ ਦੇ ਵਿੱਚੋਂ ਮਾਲਕ ਪਰਮਾਤਮਾ ਵਿਸਰ ਜਾਏ। ਜਬ ਵਿਸਰੈ ਸੁਆਮੀ, ਸਰਬ ਦੁੱਖ, ਤਾਂ ਇਹ ਸਮਝ ਲਓ ਕਿ ਸਾਰੇ ਹੀ ਦੁੱਖ ਸਾਨੂੰ ਆ ਘੇਰਦੇ ਹਨ। ਈਹਾ ਊਹਾ ਕਾਮ ਨਾ ਪ੍ਰਾਨੀ, ਲੋਕ ਪਰਲੋਕ ਦੇ ਵਿੱਚ ਉਹ ਪ੍ਰਾਣੀ, ਉਹ ਜੀਵ ਕਿਸੇ ਕੰਮ ਦਾ ਨਹੀਂ ਰਹਿੰਦਾ, ਉਹਦਾ ਜੀਵਨ ਵਿਅਰਥ ਹੋ ਜਾਂਦਾ ਹੈ। ਸੰਤ ਤ੍ਰਿਪਤਾਸੇ ਹਰ ਹਰ ਧਾਏ, ਕਰ ਕਿਰਪਾ ਆਪਣਾ ਨਾਏ ਲਾਏ। ਸਰਬ ਸੂਖ ਪ੍ਰਭ ਤੁਮਰੀ ਰਜਾਏ ਰਹਾਓ। ਜਿਨ੍ਹਾਂ ਮਨੁੱਖਾਂ ਦੇ ਉੱਪਰ ਮਿਹਰ ਕਰਕੇ ਪਰਮਾਤਮਾ ਨੇ ਆਪਣੇ ਨਾਮ ਦੇ ਵਿੱਚ ਜੋੜਿਆ ਹੋਇਆ ਹੈ, ਪਰਮਾਤਮਾ ਦੀ ਰਜ਼ਾ ਦੇ ਅਧੀਨ ਉਹਨਾਂ ਮਨੁੱਖਾਂ ਨੇ ਸਾਰੇ ਹੀ ਸੁੱਖ ਪ੍ਰਾਪਤ ਕਰ ਲਏ ਹਨ। ਉਹ ਪਰਮਾਤਮਾ ਦੇ ਸੰਤ ਜਨ ਹੋ ਗਏ ਹਨ ਤੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹ ਮਾਇਆ ਦੇ ਮੋਹ ਵੱਲੋਂ ਰੱਜ ਗਏ ਹਨ, ਮਾਇਆ ਵੱਲੋਂ ਰੱਜ ਗਏ ਹਨ। ਸੰਗ ਹੋਵਤ ਕੋ ਜਾਣਤ ਦੂਰ, ਸੋ ਜਨ ਮਰਤਾ ਨਿਤ ਨਿਤ ਝੂਰ। ਪਰਮਾਤਮਾ ਸਾਡੇ ਅੰਗ ਸੰਗ ਵਸਦਾ ਹੈ ਤੇ ਉਸ ਅੰਗ ਸੰਗ ਵਸਦੇ ਪਰਮਾਤਮਾ ਨੂੰ ਜਿਹੜਾ ਵੀ ਮਨੁੱਖ ਦੂਰ ਸਮਝਦਾ ਹੈ, ਜਿਹੜਾ ਇਸ ਗੱਲ ਨੂੰ ਨਹੀਂ ਸਮਝਦਾ ਕਿ ਪਰਮਾਤਮਾ ਸਾਡੇ ਅੰਗ ਸੰਗ ਵਸਦਾ ਹੈ, ਜਿਹੜਾ ਉਸ ਪਰਮਾਤਮਾ ਨੂੰ ਲੱਭਣ ਦੇ ਲਈ ਦੂਰ ਦਰਾਡੀਆਂ ਥਾਵਾਂ 'ਤੇ ਧੱਕੇ ਖਾਂਦਾ ਫਿਰਦਾ ਹੈ, ਸੋ ਜਨ ਮਰਤਾ ਨਿਤ ਨਿਤ ਝੂਰ। ਉਹ ਮਾਇਆ ਦੀ ਤ੍ਰਿਸ਼ਨਾ ਦੇ ਅਧੀਨ ਖਿੱਚ ਖਿੱਚ ਕੇ ਆਤਮਿਕ ਮੌਤ ਸਹੇੜੀ ਰੱਖਦਾ ਹੈ। ਜਿਨ ਸਭ ਕਿਛ ਦੀਆ ਤਿਸ ਚਿਤਵਤ ਨਾਹੀ, ਮਹਾਂ ਵਿਖਿਆ ਮਹਿ ਦਿਨ ਰੈਣ ਜਾਹੇ। ਜਿਸ ਪਰਮਾਤਮਾ ਨੇ ਸਾਨੂੰ ਸਾਰਾ ਹੀ ਕੁਝ ਬਖਸ਼ਿਆ ਹੈ, ਉਹਨੂੰ ਚੇਤੇ ਨਹੀਂ ਕਰਦਾ। ਜ਼ਿੰਦਗੀ ਦੇ ਸਾਰੇ ਹੀ ਦਿਨ ਤੇ ਸਾਰੀਆਂ ਹੀ ਰਾਤਾਂ ਮਾਇਆ ਦੇ ਮੋਹ ਵਿੱਚ ਫਸ ਕੇ ਹੀ ਗੁਜ਼ਾਰ ਛੱਡਦਾ ਹੈ। ਕਹੋ ਨਾਨਕ ਪ੍ਰਭ ਸਿਮਰੋ ਏਕ, ਗਤ ਪਾਈਐ ਗੁਰ ਪੂਰੇ ਟੇਕ। ਹੇ ਨਾਨਕ ਆਖ, ਹੇ ਭਾਈ, ਪੂਰੇ ਗੁਰੂ ਦੀ ਸ਼ਰਨ ਪੈ ਕੇ ਇੱਕ ਪਰਮਾਤਮਾ ਨੂੰ ਯਾਦ ਕਰਦੇ ਰਿਹਾ ਕਰੋ। ਇਸ ਤਰ੍ਹਾਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤੇ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਨਹੀਂ ਫਸੀਦਾ। ਆਸਾ ਮਹਿਲਾ ਪੰਜਵਾਂ। ਨਾਮ ਜਪਤ ਮਨ ਤਨ ਸਭ ਹਰਿਆ, ਕਲਮਲ ਦੋਖ ਸਗਲ ਪਰ ਹਰਿਆ। ਪਰਮਾਤਮਾ ਦਾ ਨਾਮ ਜਪਿਆਂ ਸਾਡਾ ਮਨ ਅਤੇ ਸਾਡਾ ਤਨ ਹਰਾ ਹੋ ਜਾਂਦਾ ਹੈ। ਜਿਵੇਂ ਕਿਸੇ ਸੁੱਕੇ ਰੁੱਖ ਨੂੰ ਪਾਣੀ ਪਾ ਦਈਏ, ਉਹ ਸੁੱਕਾ ਰੁੱਖ ਜੋ ਪਾਣੀ ਦੀ ਘਾਟ ਨਾਲ ਮਰ ਰਿਹਾ ਸੀ, ਸੁੱਕ ਚੁੱਕਿਆ ਸੀ, ਉਹਨੂੰ ਪਾਣੀ ਦੇ ਦਈਏ ਤੇ ਉਹ ਹਰਾ ਹੋ ਜਾਂਦਾ ਹੈ। ਉਹਦੇ ਵਿੱਚ ਫਿਰ ਤੋਂ ਜ਼ਿੰਦਗੀ ਵਸਣ ਲੱਗਦੀ ਹੈ। ਅਸੀਂ ਵੀ ਉਂਝ ਹੀ ਹਾਂ। ਜਦੋਂ ਅਸੀਂ ਆਪਣੇ ਮਨ ਨੂੰ, ਆਪਣੇ ਤਨ ਨੂੰ ਪਰਮਾਤਮਾ ਦੇ ਨਾਮ ਜਲ ਦੀ ਖੁਰਾਕ ਦੇਣ ਲੱਗ ਜਾਈਏ ਤੇ ਆਤਮਿਕ ਜੀਵਨ ਵੱਲੋਂ ਸੁੱਕਿਆ ਹੋਇਆ ਸਾਡੇ ਜੀਵਨ ਦਾ ਰੁੱਖ ਵੀ ਹਰਾ ਹੋ ਜਾਂਦਾ ਹੈ। ਸਾਡਾ ਮਨ ਵੀ ਆਤਮਿਕ ਜੀਵਨ ਦੇ ਨਾਲ ਰੁਮਕਣ ਲੱਗਦਾ ਹੈ। ਨਾਮ ਜਪਤ ਮਨ ਤਨ ਸਭ ਹਰਿਆ, ਕਲਮਲ ਦੋਖ ਸਗਲ ਪਰ ਹਰਿਆ। ਕਲਮਲ ਤੋਂ ਭਾਵ ਪਾਪ। ਸਾਡੇ ਮਨ ਦੇ ਵਿੱਚੋਂ ਅਨੇਕਾਂ ਪ੍ਰਕਾਰ ਦੇ ਪਾਪ ਤੇ ਅਨੇਕਾਂ ਹੀ ਪ੍ਰਕਾਰ ਦੇ ਐਬ ਦੂਰ ਹੋ ਜਾਂਦੇ ਨੇ ਜਦੋਂ ਅਸੀਂ ਨਾਮ ਜਪਦੇ ਹਾਂ। ਸੋਈ ਦਿਵਸ ਭਲਾ ਮੇਰੇ ਭਾਈ, ਹਰ ਗੁਣ ਗਾਏ ਪਰਮਗਤ ਪਾਈ ਰਹਾਓ। ਇਹ ਮੇਰੇ ਵੀਰ, ਸਿਰਫ ਉਹੀ ਦਿਨ ਭਲਾ ਹੈ, ਸੁਲੱਖਣਾ ਹੈ, ਜਦੋਂ ਮਨੁੱਖ ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰਦਾ ਹੈ। ਸਾਧ ਜਨਾਂ ਕੇ ਪੂਜੇ ਪੈਰ, ਮਿਟੇ ਉਪਦਰਹ ਮਨ ਤੇ ਬੈਰ। ਜਿਹੜਾ ਮਨੁੱਖ ਪਰਮਾਤਮਾ ਦੇ ਸਾਧ ਜਨਾਂ ਦੇ, ਸੰਤ ਜਨਾਂ ਦੇ, ਗੁਰਮੁਖਾਂ ਦੇ ਪੈਰ ਪੂਜਦਾ ਹੈ, ਉਹਦੇ ਮਨ ਵਿੱਚੋਂ ਸਾਰੀਆਂ ਹੀ ਛੇੜਖਾਨੀਆਂ ਤੇ ਸਾਰੇ ਹੀ ਵੈਰ ਵਿਰੋਧ ਮਿਟ ਜਾਂਦੇ ਨੇ। ਗੁਰ ਪੂਰੇ ਮਿਲ ਝਗਰ ਚੁਕਾਇਆ, ਪੰਜ ਦੂਤ ਸਭ ਵਸਗਤ ਆਇਆ। ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਆਪਣੇ ਅੰਦਰੋਂ ਵਿਕਾਰਾਂ ਦਾ ਰੌਲਾ ਮੁਕਾ ਲਿਆ, ਆਪਣੇ ਮਨ ਦੇ ਵਿੱਚੋਂ ਝਗੜਾ ਮੁਕਾ ਲਿਆ। ਪਿਛਲੇ ਦਿਨੀ ਆਪਾਂ 2-3 ਵੀਡੀਓਜ਼ ਇਸੇ ਹੀ ਟੌਪਿਕ 'ਤੇ ਕੀਤੀਆਂ ਨੇ, ਜੋ ਸਾਡੇ ਮਨ ਦੇ ਵਿੱਚ ਝਗੜੇ ਚੱਲਦੇ ਰਹਿੰਦੇ ਨੇ, ਜੋ ਸਾਡੇ ਮਨ ਦੇ ਦੋ ਹਿੱਸੇ ਆਪਸ ਦੇ ਵਿੱਚ ਲੜਾਈ ਕਰਦੇ ਰਹਿੰਦੇ ਨੇ। ਜਿਹੜੇ ਮਨੁੱਖ ਨੇ ਗੁਰੂ ਨੂੰ ਮਿਲ ਕੇ
ਆਪਣੇ ਅੰਦਰੋਂ ਉਸ ਝਗੜੇ ਨੂੰ ਖਤਮ ਕਰ ਲਿਆ ਤਾਂ ਸਮਝ ਲਓ ਉਹਨੇ ਪੰਜੇ ਹੀ ਦੂਤ, ਪੰਜੇ ਹੀ ਵਿਕਾਰ ਕਾਬੂ ਦੇ ਵਿੱਚ ਕਰ ਲਏ। ਜਿਸ ਮਨ ਵਸਿਆ ਹਰ ਕਾ ਨਾਮ, ਨਾਨਕ ਤਿਸ ਉੱਪਰ ਕੁਰਬਾਨ। ਹੇ ਨਾਨਕ ਆਖ, ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ, ਉਸ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ, ਬਲਿਹਾਰੇ ਜਾਣਾ ਚਾਹੀਦਾ ਹੈ। ਆਸਾ ਮਹਿਲਾ ਪੰਜਵਾਂ। ਗਾਵ ਲੇਹ ਤੂੰ ਗਾਵਨਹਾਰੇ, ਜੀ ਪਿੰਡ ਕੇ ਪ੍ਰਾਨ ਆਧਾਰੇ। ਜਾਂ ਕੀ ਸੇਵਾ ਸਰਬ ਸੁਖ ਪਾਵੈ, ਅਵਰ ਕਾਹੂ ਪੈ ਬੌੜ ਨਾ ਜਾਵੈ। ਸਾਨੂੰ ਹਦਾਇਤ ਕਰਦੇ ਹਨ ਗੁਰੂ ਸਾਹਿਬ, ਕਹਿੰਦੇ ਹੇ ਭਾਈ, ਜਦ ਤੱਕ ਤੇਰੇ ਵਿੱਚ ਗਾਉਣ ਦੀ ਸਮਰੱਥਾ ਹੈ, ਜਦ ਤੱਕ ਤੂੰ ਗਾਵਨਹਾਰਾ ਹੈ, ਗਾਵ ਲੈ, ਉਸ ਪ੍ਰਮਾਤਮਾ ਦੇ ਗੁਣ ਗਾ ਲੈ, ਜਿਹੜਾ ਤੇਰੀ ਜਿੰਦ ਦਾ, ਤੇਰੇ ਪ੍ਰਾਣਾਂ ਦਾ ਆਧਾਰ ਹੈ, ਜਿਹਦੀ ਸੇਵਾ ਕੀਤਿਆਂ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਨੇ। ਤੇ ਫਿਰ ਮਨੁੱਖ ਸੁੱਖਾਂ ਦੀ ਭਾਲ ਦੇ ਵਿੱਚ ਇੱਧਰ ਉੱਧਰ ਦੌੜਨਾ ਬੰਦ ਕਰ ਦਿੰਦਾ ਹੈ। ਅਵਰ ਕਾਹੂ ਪਹਿ ਬੌੜ ਨਾ ਜਾਵੇ। ਸਦਾ ਆਨੰਦ ਆਨੰਦੀ ਸਾਹਿਬ ਗੁਣ ਨਿਧਾਨ, ਨਿਤ ਨਿਤ ਜਾਪੀਐ, ਬਲਿਹਾਰੀ ਤਿਸ ਸੰਤ ਪਿਆਰੇ, ਜਿਸ ਪ੍ਰਸਾਦ ਪ੍ਰਭ ਮਨ ਵਾਸੀਐ ਰਹਾਉ। ਹੇ ਭਾਈ, ਉਸ ਮਾਲਕ ਪ੍ਰਭੂ ਦੇ ਨਾਮ ਨੂੰ ਸਦਾ ਹੀ ਜਪਣਾ ਚਾਹੀਦਾ ਹੈ। ਉਹ ਮਾਲਕ ਪ੍ਰਭੂ ਜੋ ਸਾਰੇ ਹੀ ਗੁਣਾਂ ਦਾ ਖਜ਼ਾਨਾ ਹੈ, ਜੋ ਆਨੰਦ ਦਾ ਸਰੋਤ ਹੈ, ਆਨੰਦ ਦਾ ਸੋਮਾ ਹੈ। ਇਹ ਭਾਈ, ਉਸ ਪਿਆਰੇ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ, ਜਿਸ ਦੀ ਕਿਰਪਾ ਨਾਲ ਪਰਮਾਤਮਾ ਸਾਡੇ ਮਨ ਵਿੱਚ ਆ ਵਸਦਾ ਹੈ। ਉਹ ਗੁਰੂ ਜੋ ਸਾਨੂੰ ਗਾਈਡ ਕਰਦਾ ਹੈ, ਜੋ ਸਾਨੂੰ ਰਸਤਾ ਵਿਖਾਉਂਦਾ ਹੈ, ਗੁਰੂ ਜੋ ਸਾਨੂੰ ਪਰਮਾਤਮਾ ਤੱਕ ਲੈ ਕੇ ਜਾਂਦਾ ਹੈ। ਗੁਰੂ ਸਾਡੇ ਇਲਾਹੀ ਗੁਰੂ, ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਤੋਂ ਵੀ ਸਦਾ ਬਲਿਹਾਰੇ ਜਾਣਾ ਚਾਹੀਦਾ ਹੈ। ਜਾਗਾ ਦਾਨ ਨਿਖੁੱਟਾ ਨਾਹੀ, ਭਲੀ ਭਾਂਤ ਸਭ ਸਹਿਜ ਸਮਾਹੀ, ਜਾਂ ਕੀ ਬਖਸ਼ ਨਾ ਮੇਟੈ ਕੋਈ, ਮਨ ਵਸਾਈਐ ਸਾਚਾ ਸੋਈ। ਹੇ ਭਾਈ, ਉਸ ਸੱਚੇ ਪ੍ਰਮਾਤਮਾ ਨੂੰ, ਉਸ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਸਦਾ ਹੀ ਆਪਣੇ ਮਨ ਦੇ ਵਿੱਚ ਵਸਾਉਣਾ ਚਾਹੀਦਾ ਹੈ, ਜਿਹਦੀ ਦਿੱਤੀ ਹੋਈ ਦਾਤ ਕਦੇ ਮੁੱਕਦੀ ਨਹੀਂ, ਜਿਹਦੀਆਂ ਕੀਤੀਆਂ ਹੋਈਆਂ ਬਖਸ਼ਿਸ਼ਾਂ ਦੇ ਰਾਹ ਦੇ ਵਿੱਚ ਕੋਈ ਵੀ ਰੋੜਾ ਨਹੀਂ ਬਣ ਸਕਦਾ। ਜਿਹੜੇ ਵੀ ਉਸ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਨੇ, ਉਹ ਖੁਦ ਸਹਿਜ ਅਵਸਥਾ ਵਿੱਚ ਪਹੁੰਚ ਜਾਂਦੇ ਨੇ, ਆਤਮਿਕ ਅਡੋਲਤਾ ਦੇ ਵਿੱਚ ਟਿਕ ਜਾਂਦੇ ਨੇ। ਸਗਲ ਸਮਗਰੀ ਗ੍ਰਹਿ ਜਾਂ ਕੈ ਪੂਰਨ, ਪ੍ਰਭ ਕੇ ਸੇਵਕ ਦੁਖ ਨਾ ਚੂਰਨ। ਓਟ ਗਹੀ ਨਿਰਭਉ ਪਦ ਪਾਈਐ, ਸਾਸ ਸਾਸ ਸੋ ਗੁਣ ਨਿਧ ਗਾਈਐ। ਹੇ ਭਾਈ, ਹਰੇਕ ਸਾਹ ਦੇ ਨਾਲ ਗੁਣਾਂ ਦੇ ਖਜ਼ਾਨੇ, ਉਸ ਪ੍ਰਭੂ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ ਹੈ। ਤੇ ਹਰ ਸਾਹ ਦੇ ਨਾਲ ਗੁਣ ਅਸੀਂ ਕਿਵੇਂ ਗਾ ਸਕਦੇ ਹਾਂ? ਪਿਛਲੀ ਹੀ ਵੀਡੀਓ ਦੇ ਵਿੱਚ ਅਸੀਂ ਇਹ ਵਿਧੀ ਦੱਸੀ ਹੈ, ਅੱਠੇ ਪਹਿਰ ਨਾਮ ਜਪਣ ਦੀ ਵਿਧੀ। ਮੈਨੂੰ ਉਮੀਦ ਹੈ ਤੁਸੀਂ ਉਹ ਵੀਡੀਓ ਜ਼ਰੂਰ ਵੇਖੀ ਹੋਏਗੀ। ਜੇ ਨਹੀਂ ਦੇਖੀ ਤੇ ਜ਼ਰੂਰ ਵੇਖਣ ਦੀ ਕਿਰਪਾਲਤਾ ਕਰਿਓ। ਵਡਮੁੱਲੀ ਜਾਣਕਾਰੀ ਉਸ ਵੀਡੀਓ ਦੇ ਰਾਹੀਂ ਤੁਹਾਨੂੰ ਮਿਲੇਗੀ। ਸੋ ਸਾਸ ਸਾਸ ਸੋ ਗੁਣ ਨਿਤ ਗਾਈਏ। ਹਰ ਸਾਹ ਦੇ ਨਾਲ ਉਸ ਪਰਮਾਤਮਾ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ ਹੈ। ਉਹ ਪਰਮਾਤਮਾ ਸਗਲ ਸਮੱਗਰੀ ਗ੍ਰਹਿ ਜਾ ਕੇ ਪੂਰਨ, ਜਿਹਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਘਾਟ ਨਹੀਂ, ਸਾਰੀ ਸਮੱਗਰੀ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਹੈ। ਪ੍ਰਭ ਕੇ ਸੇਵਕ ਦੁਖ ਨਾ ਝੂਰਨ। ਜੋ ਪ੍ਰਮਾਤਮਾ ਦੇ ਸੇਵਕ ਹਨ, ਉਹ ਦੁਖੀ ਨਹੀਂ ਹੁੰਦੇ, ਉਹ ਝੂਰਦੇ ਨਹੀਂ। ਓਟ ਗਹੀ ਨਿਰਭਉ ਪਦ ਪਾਈਐ। ਉਹ ਪ੍ਰਮਾਤਮਾ ਦਾ ਆਸਰਾ ਲੈ ਕੇ ਉਹ ਆਤਮਿਕ ਦਰਜਾ ਹਾਸਲ ਕਰ ਲੈਂਦੇ ਨੇ, ਜਿੱਥੇ ਕਿਸੇ ਵੀ ਪ੍ਰਕਾਰ ਦਾ ਕੋਈ ਡਰ ਉਹਨਾਂ ਨੂੰ ਪੋ ਨਹੀਂ ਸਕਦਾ, ਕੋਈ ਵੀ ਚੀਜ਼ ਉਹਨਾਂ ਨੂੰ ਡਰਾ ਨਹੀਂ ਸਕਦੀ। ਦੇਖਿਆ ਜਾਵੇ ਤੇ ਸਾਡੇ ਜੀਵਨ ਦੇ ਵਿੱਚ ਸਭ ਤੋਂ ਵੱਡਾ ਡਰ ਹੀ ਮੌਤ ਹੁੰਦੀ ਹੈ। ਹੋਰ ਛੋਟੇ-ਮੋਟੇ ਡਰਾਂ ਦੇ ਪਿੱਛੇ ਵੀ ਸਾਡੀ ਮੌਤ ਦਾ ਡਰ ਹੀ ਹੁੰਦਾ ਹੈ। ਕਿਤੇ ਨਾ ਕਿਤੇ ਤੇ ਜੇ ਸਾਡਾ ਕੋਈ ਮਾਇਕ ਨੁਕਸਾਨ ਵੀ ਹੁੰਦਾ ਹੈ ਤਾਂ ਉਹਦੇ ਪਿੱਛੇ ਵੀ ਸਾਡੇ ਮਨ ਦੇ ਵਿੱਚ ਡੂੰਘਾਈ ਦੇ ਵਿੱਚ ਜਾ ਕੇ ਵੇਖੀਏ ਤੇ ਇਦਾਂ ਹੀ ਹੁੰਦਾ ਹੈ ਕਿ ਮੇਰਾ ਇਹ ਮਾਇਕ ਨੁਕਸਾਨ ਹੋ ਗਿਆ, ਹੁਣ ਮੈਂ ਭੋਜਨ ਕਿੱਦਾਂ ਖਾਵਾਂਗਾ, ਕਿੱਥੋਂ ਖਾਵਾਂਗਾ। ਬੇਸ਼ੱਕ ਤੁਹਾਡੇ ਕੋਲ ਹੋਰ ਬਹੁਤ ਧਨ ਪਦਾਰਥ ਮੌਜੂਦ ਹੈ, ਪਰ ਕਿਤੇ ਨਾ ਕਿਤੇ ਸਾਡੇ ਮਨ ਦੀ ਕਿਸੇ ਨਾ ਕਿਸੇ ਪਰਤ ਦੇ ਵਿੱਚ ਗੱਲ ਇੱਥੇ ਹੀ ਆ ਕੇ ਮੁੱਕਦੀ ਹੈ। ਜੇ ਅਸੀਂ ਇਸ ਗੱਲ ਨੂੰ ਸਮਝ ਲਈਏ ਤੇ ਇਸ ਗੱਲ ਨੂੰ ਇੱਥੇ ਮੁੱਕਣ ਤੋਂ ਰੋਕ ਸਕਦੇ ਹਾਂ।
ਫਿਰ ਅਸੀਂ ਇੰਜ ਸੋਚ ਸਕਦੇ ਹਾਂ ਕਿ ਜੇ ਸਾਡਾ ਥੋੜ੍ਹਾ ਬਹੁਤ ਕਿਤੇ ਕੋਈ ਨੁਕਸਾਨ ਹੋ ਵੀ ਗਿਆ, ਅਸੀਂ ਉਹਨੂੰ ਇਗਨੋਰ ਕਰ ਸਕਦੇ ਹਾਂ ਕਿ ਹੋ ਗਿਆ ਤੇ ਹੋ ਗਿਆ, ਬਿਲਕੁਲ ਹੀ ਤੇ ਤਬਾਹ ਨਹੀਂ ਹੋ ਗਏ ਨਾ। ਖਾਣਾ ਖਾਣ ਜੋਗਰਾ ਮਾਲ ਧਨ ਤੇ ਕੋਲ ਹੈ, ਜੇ ਉਹ ਨੁਕਸਾਨ ਹੋ ਵੀ ਗਿਆ ਤੇ ਮਰ ਤੇ ਨਹੀਂ ਚੱਲਿਆ। ਪਰ ਜਿਹੜਾ ਮਨੁੱਖ ਇਸ ਗੱਲ ਨੂੰ ਸਮਝਦਾ ਨਹੀਂ, ਉਹਦੇ ਮਨ ਵਿੱਚ ਕਿਤੇ ਨਾ ਕਿਤੇ ਇੰਝ ਹੀ ਹੁੰਦਾ, ਛੋਟੇ ਜਿਹੇ ਨੁਕਸਾਨ ਤੇ ਵੀ ਮਨ ਦੀ ਕੋਈ ਨਾ ਕੋਈ ਪਰਤ ਇਹੀ ਸੋਚਦੀ ਹੈ ਕਿ ਇਹ ਛੋਟਾ ਨੁਕਸਾਨ ਹੋ ਗਿਆ, ਮੈਨੂੰ ਤੇ ਖਾਣ ਪੀਣ ਦੇ ਲਾਲੇ ਪੈ ਗਏ, ਮੇਰੇ ਕੋਲ ਤੇ ਖਾਣ ਪੀਣ ਦਾ ਪਦਾਰਥ ਨਹੀਂ ਬਚਿਆ, ਹੁਣ ਤੇ ਮੈਂ ਖਾਣੇ ਦੀ ਘਾਟ ਵਜੋਂ ਹੀ ਮਰ ਜਾਵਾਂਗਾ। ਤਾਂ ਕਿਤੇ ਨਾ ਕਿਤੇ ਸਾਡੇ ਛੋਟੇ ਮੋਟੇ ਡਰਾਂ ਦੇ ਪਿੱਛੇ ਵੀ ਇੱਕ ਵੱਡਾ ਡਰ ਮੌਤ ਦਾ ਡਰ ਹੀ ਹੁੰਦਾ ਹੈ। ਪਰਮਾਤਮਾ ਨਾਲ ਸਾਂਝ ਪੈ ਜਾਏ ਤੇ ਸਾਰੇ ਡਰ ਮੁੱਕ ਜਾਂਦੇ ਨੇ, ਮੌਤ ਦਾ ਡਰ ਹੀ ਮੁੱਕ ਜਾਂਦਾ ਹੈ। ਜਦੋਂ ਉਹ ਵੱਡਾ ਡਰ ਮੌਤ ਦਾ ਡਰ ਹੀ ਮੁੱਕ ਜਾਏ ਤੇ ਛੋਟੇ ਮੋਟੇ ਡਰ ਤੇ ਆਪਣੇ ਆਪ ਹੀ ਖਤਮ ਹੋ ਜਾਂਦੇ ਨੇ। ਸੋ ਓਟ ਗਈ ਨਿਰਭਉ ਪਦ ਪਾਈਏ। ਜਦੋਂ ਅਸੀਂ ਪਰਮਾਤਮਾ ਦਾ ਆਸਰਾ ਲੈ ਲਈਏ ਤੇ ਅਸੀਂ ਨਿਰਭਉ ਹੋ ਜਾਂਦੇ ਹਾਂ, ਅਸੀਂ ਨਹੀਂ ਫਿਰ ਡਰਦੇ ਕਿਸੇ ਵੀ ਗੱਲ ਤੋਂ। ਦੂਰ ਨਾ ਹੋਈ ਕਤਹੂ ਜਾਈਐ, ਨਦਰ ਕਰੇ ਤਾਂ ਹਰ ਹਰ ਪਾਈਐ, ਅਰਦਾਸ ਕਰੀ ਪੂਰੇ ਗੁਰ ਪਾਸ, ਨਾਨਕ ਮੰਗੈ ਹਰ ਧਨ ਰਾਸ। ਉਹ ਪ੍ਰਮਾਤਮਾ ਸਾਥੋਂ ਦੂਰ ਨਹੀਂ ਵਸਦਾ, ਤਾਂ ਗੁਰੂ ਸਾਹਿਬ ਕਹਿੰਦੇ ਉਹਨੂੰ ਲੱਭਣ ਦੇ ਲਈ ਅਸੀਂ ਦੂਰ ਦਰਾਡੇ ਥਾਵਾਂ 'ਤੇ ਕਿਉਂ ਜਾਂਦੇ ਫਿਰੀਏ। ਦੂਰ ਨਾ ਹੋਈ ਕਤਹੂ ਜਾਈਏ। ਹਾਂ, ਇੱਕ ਗੱਲ ਜ਼ਰੂਰ ਹੈ, ਜੇ ਉਹ ਪ੍ਰਮਾਤਮਾ ਆਪਣੀ ਮਿਹਰ ਦੀ ਨਜ਼ਰ ਸਾਡੇ 'ਤੇ ਕਰੇ, ਆਪਣੀ ਕਿਰਪਾ ਸਾਡੇ 'ਤੇ ਕਰੇ, ਉਸ ਪ੍ਰਮਾਤਮਾ ਦੀ ਪ੍ਰਾਪਤੀ ਸਾਨੂੰ ਤਦੋਂ ਹੀ ਹੋ ਸਕਦੀ ਹੈ। ਅਸੀਂ ਇਹ ਨਿਰਧਾਰਤ ਨਹੀਂ ਕਰ ਸਕਦੇ, ਅਸੀਂ ਉਸ ਪਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਨਹੀਂ ਕਰ ਸਕਦੇ ਜਿੰਨਾ ਚਿਰ ਉਹ ਪਰਮਾਤਮਾ ਖੁਦ ਸਾਡੇ 'ਤੇ ਮਿਹਰ ਨਾ ਕਰੇ। ਅਰਦਾਸ ਕਰੀ ਪੂਰੇ ਗੁਰ ਪਾਸ, ਨਾਨਕ ਮੰਗੈ ਹਰ ਧਨ ਰਾਸ। ਇਹ ਭਾਈ, ਮੈਂ ਤਾਂ ਪੂਰੇ ਗੁਰੂ ਕੋਲ ਹੀ ਅਰਦਾਸ ਕਰਦਾ ਹਾਂ ਤੇ ਆਖਦਾ ਹਾਂ ਕਿ ਹੇ ਗੁਰੂ, ਤੇਰੇ ਪਾਸੋਂ ਨਾਨਕ ਹਰ ਨਾਮ ਧਨ ਮੰਗਦਾ ਹੈ, ਹਰ ਨਾਮ ਦਾ ਸਰਮਾਇਆ ਮੰਗਦਾ ਹੈ। ਆਸਾ ਮਹਿਲਾ ਪੰਜਵਾਂ। ਪ੍ਰਥਮੇ ਮਿਟਿਆ ਤਨ ਕਾ ਦੂਖ, ਮਨ ਸਗਲ ਕੋ ਹੋਆ ਸੂਖ, ਕਰ ਕਿਰਪਾ ਗੁਰ ਦੀਨੋ ਨਾਉ, ਬਲ ਬਲ ਤਿਸ ਸਤਿਗੁਰ ਕੋ ਜਾਓ। ਹੇ ਭਾਈ, ਗੁਰੂ ਨੂੰ ਮਿਲਿਆ ਸਭ ਤੋਂ ਪਹਿਲਾਂ ਤਾਂ ਮੇਰੇ ਸਰੀਰ ਦਾ ਹਰੇਕ ਦੁੱਖ ਮਿਟ ਗਿਆ, ਫਿਰ ਮੇਰੇ ਮਨ ਨੂੰ ਪੂਰਨ ਆਨੰਦ ਪ੍ਰਾਪਤ ਹੋਇਆ। ਗੁਰੂ ਨੇ ਕਿਰਪਾ ਕਰਕੇ ਮੈਨੂੰ ਪ੍ਰਮਾਤਮਾ ਦਾ ਨਾਮ ਦਿੱਤਾ, ਇਸ ਕਰਕੇ ਹੀ ਭਾਈ ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਗ ਸਭ ਦੁਖ ਬਿਨਾਸੇ, ਸਤਿਗੁਰ ਕੀ ਸ਼ਰਨਾਈ ਰਹਾਓ। ਹੇ ਮੇਰੇ ਵੀਰ, ਜਦੋਂ ਦਾ ਮੈਨੂੰ ਪੂਰਾ ਗੁਰੂ ਮਿਲਿਆ ਹੈ, ਗੁਰੂ ਦੀ ਸ਼ਰਨ ਪਿਆ, ਮੇਰੇ ਸਾਰੇ ਰੋਗ ਚਿੰਤਾ ਫਿਕਰ ਨਾਸ ਹੋ ਗਏ ਹਨ, ਮੇਰੇ ਸਾਰੇ ਦੁੱਖ ਨਾਸ ਹੋ ਗਏ ਹਨ। ਗੁਰ ਕੇ ਚਰਨ ਹਿਰਦੈ ਵਸਾਏ, ਮਨ ਚਿੰਤਤ ਸਗਲੇ ਫਲ ਪਾਏ, ਅਗਨ ਬੁਝੀ ਸਭ ਹੋਈ ਸ਼ਾਂਤ, ਕਰ ਕਿਰਪਾ ਗੁਰ ਕੀਨੀ ਦਾਤ। ਹੇ ਭਾਈ, ਜਦੋਂ ਤੋਂ ਮੈਂ ਗੁਰੂ ਦੇ ਚਰਨ ਆਪਣੇ ਹਿਰਦੇ ਵਿੱਚ ਵਸਾਏ ਹਨ, ਮੈਨੂੰ ਸਾਰੇ ਹੀ ਮਨ ਇੱਛਤ ਫਲ ਮਿਲ ਰਹੇ ਹਨ। ਮੇਰੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਗਈ ਹੈ, ਮੇਰੇ ਅੰਦਰ ਪੂਰੀ ਠੰਡ ਪੈ ਗਈ ਹੈ। ਇਹ ਸਾਰੀ ਦਾਤ ਗੁਰੂ ਨੇ ਹੀ ਆਪਣੀ ਮਿਹਰ ਕਰਕੇ ਮੈਨੂੰ ਬਖਸ਼ੀ ਹੈ। ਕਰ ਕਿਰਪਾ ਗੁਰ ਕੀਨੀ ਦਾਤ। ਨਿਥਾਵੇ ਕਉ ਗੁਰ ਦੀਨੋ ਥਾਨ, ਨਿਮਾਨੇ ਕਉ ਗੁਰ ਕੀਨੋ ਮਾਨ, ਬੰਧਨ ਕਾਟ ਸੇਵਕ ਕਰ ਰਾਖੇ, ਅੰਮ੍ਰਿਤ ਬਾਣੀ ਰਸਨਾ ਚਾਖੇ। ਗੁਰੂ ਸਾਹਿਬ ਕਹਿੰਦੇ ਕਿ ਪਹਿਲਾਂ ਮੈਨੂੰ ਕਿਤੇ ਢੋਈ ਨਹੀਂ ਸੀ ਮਿਲਦੀ, ਕੋਈ ਆਸਰਾ ਨਹੀਂ ਸੀ ਦਿੰਦਾ। ਗੁਰੂ ਨੇ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤਾ, ਮੈਨੂੰ ਨਿਮਾਣੇ ਨੂੰ ਗੁਰੂ ਨੇ ਆਦਰ ਦਿੱਤਾ। ਮੇਰੇ ਮਾਇਆ ਦੇ ਮੋਹ ਦੇ ਬੰਧਨ ਕੱਟ ਕੇ ਮੈਨੂੰ ਗੁਰੂ ਨੇ ਆਪਣਾ ਸੇਵਕ ਬਣਾਇਆ, ਸੇਵਕ ਬਣਾ ਕੇ ਆਪਣੇ ਚਰਨਾਂ ਦੇ ਵਿੱਚ ਟਿਕਾ ਲਿਆ। ਹੁਣ ਮੇਰੀ ਜੀਵ ਆਤਮਿਕ ਜੀਵਨ ਦੇਣ ਵਾਲੀ ਸਿਫਤ ਸਲਾਹ ਦੀ ਬਾਣੀ ਦਾ ਰਸ ਸਦਾ ਹੀ ਚਖਦੀ ਰਹਿੰਦੀ ਹੈ। ਵੱਡਾ ਭਾਗ ਪੂਜ ਗੁਰ ਚਰਨਾ, ਸਗਲ ਤਿਆਗ ਪਾਈ ਪ੍ਰਭ ਸ਼ਰਨਾ, ਗੁਰ ਨਾਨਕ ਜਾ ਕੋ ਭਇਆ ਦਇਆਲਾ, ਸੋ ਜਨ ਹੋਆ ਸਦਾ ਨਿਹਾਲ। ਵੱਡੀ ਕਿਸਮਤ ਨਾਲ ਮੈਨੂੰ ਗੁਰੂ ਦੇ ਚਰਨਾਂ ਦੀ ਪੂਜਾ ਦਾ ਮੌਕਾ ਮਿਲਿਆ। ਇਸ ਦੀ ਬਰਕਤ ਦੇ ਨਾਲ ਮੈਂ ਹੋਰ ਸਾਰੇ ਆਸਰੇ ਛੱਡ ਕੇ ਪ੍ਰਭੂ ਦੀ ਸ਼ਰਨ ਪੈ ਗਿਆ ਹਾਂ। ਸਗਲ ਤਿਆਗ
ਪਾਈ ਪ੍ਰਭ ਸ਼ਰਨ। हे ਨਾਨਕ ਆਖ, ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੋ ਜਾਂਦਾ ਹੈ ਉਹ ਮਨੁੱਖ ਸਦਾ ਹੀ ਆਤਮਿਕ ਆਨੰਦ ਮਾਣਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 395ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਵੀਡੀਓ ਨੂੰ ਅੰਤ ਤੱਕ ਵੇਖਣ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰਮਾਤਮਾ ਦਾ ਨਾਮ ਜਪਣ ਦੀ ਪ੍ਰੇਰਨਾ, ਗੁਰੂ ਦੇ ਲੜ ਲੱਗਣ ਦੀ, ਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਟਿਕਾਈ ਰੱਖਣ ਦੀ ਪ੍ਰੇਰਨਾ ਗੁਰੂ ਸਾਹਿਬ ਨੇ ਸਾਨੂੰ ਅੱਜ ਦੀ ਬਾਣੀ ਦੇ ਰਾਹੀਂ ਦਿੱਤੀ ਹੈ। ਸਾਡੇ ਇਲਾਹੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ। ਆਓ ਕੋਸ਼ਿਸ਼ ਕਰੀਏ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸਦਾ ਹੀ ਜੁੜੇ ਰਹੀਏ। ਆਪਣੇ ਮਨ ਦੇ ਵਿੱਚ ਉਸ ਪ੍ਰਮਾਤਮਾ ਨੂੰ ਅੱਠੇ ਪਹਿਰ ਹਰ ਸਾਹ ਦੇ ਨਾਲ ਟਿਕਾਈ ਰੱਖੀਏ। ਅਰਦਾਸ ਕਰੀਏ ਉਸ ਪ੍ਰਮਾਤਮਾ ਦੇ ਅੱਗੇ ਕਿ ਪ੍ਰਮਾਤਮਾ ਸਾਡੇ 'ਤੇ ਆਪਣੀ ਇਹ ਮਿਹਰ ਇਸੇ ਪ੍ਰਕਾਰ ਹੀ ਬਣਾਈ ਰੱਖੇ। ਇੱਥੇ ਹੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।